ਹਾਂਜੀ ਵਿਦਿਆਰਥੀਓ, ਇਹ ਪੋਲੀਟੀਕਲ ਸਾਇੰਸ ਦਾ 4th ਲੈਕਚਰ ਹੈਗਾ। ਇਹਦੇ ਵਿੱਚ ਵੀ ਆਪਾਂ ਜਿਹੜੇ ਪੇਪਰ ਪੁਆਇੰਟ ਆਫ ਵਿਊ ਤੋਂ, ਐਗਜ਼ਾਮ ਪੁਆਇੰਟ ਆਫ ਵਿਊ ਤੋਂ ਵੈਰੀ ਇੰਪੋਰਟੈਂਟ ਕੁਐਸਚਨਸ ਨੇ, ਉਹਨਾਂ ਨੂੰ ਸਮਝਾਂਗੇ। ਵੀਡੀਓਜ਼ ਲਗਾਤਾਰ ਆਉਣਗੀਆਂ ਹੁਣ, ਠੀਕ ਹੈ। ਇਸ ਕਰਕੇ ਆਪਣੀ ਪ੍ਰੈਪਰੇਸ਼ਨ ਮਤਲਬ ਪ੍ਰੈਪਰੇਸ਼ਨ ਕਰਦੇ ਰਹੋ। ਆਪਾਂ ਬਹੁਤ ਘੱਟ ਟਾਈਮ ਦੇ ਵਿੱਚ ਜ਼ਿਆਦਾ ਤਿਆਰੀ ਕਰਨ ਦੀ, ਜ਼ਿਆਦਾ ਤੋਂ ਜ਼ਿਆਦਾ ਕੁਐਸਚਨ ਅਟੈਂਪਟ ਕਰਨ ਦੀ ਕੋਸ਼ਿਸ਼ ਕਰਾਂਗੇ, ਠੀਕ ਹੈ। ਬਿਲਕੁਲ ਬੇਫਿਕਰ ਹੋ ਜਾਣਾ। ਸੋ ਇਹਨਾਂ ਕੁਐਸਚਨਸ ਦੇ ਵਿੱਚ ਤੁਹਾਡਾ ਜਿਹੜਾ ਸਾਰਾ ਸਿਲੇਬਸ ਹੈ ਉਹ ਵੀ ਕੰਪਲੀਟ ਹੋ ਜਾਊਗਾ। ਵੈਰੀ ਇੰਪੋਰਟੈਂਟ ਕੁਐਸਚਨਸ ਨੇ। ਸਭ ਤੋਂ ਪਹਿਲਾ ਕੁਐਸਚਨ ਹੈਗਾ, ਵਾਟ ਇਜ਼ ਪੋਲੀਟੀਕਲ ਸਿਸਟਮ। ਪੋਲੀਟੀਕਲ ਸਿਸਟਮ ਕੀ ਹੁੰਦਾ ਹੈਗਾ? ਤਾਂ ਇਹ ਜਿਹੜਾ ਕੰਸੈਪਟ ਹੈਗਾ ਪਹਿਲੀ ਵਰਲਡ ਵਾਰ ਤੋਂ ਬਾਅਦ ਹੋਂਦ ਦੇ ਵਿੱਚ ਆਇਆ ਸੀਗਾ, ਐਗਜ਼ਿਸਟੈਂਸ ਹੋਈ ਸੀ ਇਹਦੀ। ਅਤੇ ਇਹ ਜਿਹੜਾ ਸਭ ਤੋਂ ਪਹਿਲਾਂ ਵਰਤਿਆ ਸੀਗਾ ਉਹ ਡੇਵਿਡ ਈਸਟਨ ਨੇ ਵਰਤਿਆ ਸੀਗਾ 1953 ਦੇ ਵਿੱਚ। ਉਹਨਾਂ ਦੀ ਕਿਤਾਬ ਦਾ ਨਾਮ ਹੈ ਪੋਲੀਟੀਕਲ ਸਿਸਟਮ, ਠੀਕ ਹੈ। ਆਫਟਰ ਦ ਸੈਕਿੰਡ ਵਰਲਡ ਵਾਰ, ਫॉर द फर्स्ट टाइम this concept was used by David Easton in his book Political System, which was published in 1953, ठीक है जी। उस तो अगला है, द पोलिटिकल सिस्टम इज़ अ सैट ऑफ इंटरैक्शन एंड स्ट्रक्चर्स, ठीक है। इंटरैक्शन ਤੇ ਸਟਰਕਚਰਾਂ ਦਾ ਸਮੂਹ ਹੈਗਾ ਇਹ, which has ultimate control over legitimate physically coercive powers and its decisions are legally binding, ਠੀਕ ਹੈ। ਇਹਦੀ ਪਰਿਭਾਸ਼ਾ ਹੈਗੀ ਕਿ ਇਹ ਇੰਟਰੈਕਸ਼ਨਸ ਕਹਿ ਦਈਏ ਆਪਾਂ ਕਿ ਪ੍ਰਕਿਰਿਆਵਾਂ, ਸਟਰਕਚਰ ਕਹਿ ਲਈਏ ਬਣਤਰਾਂ, ਠੀਕ ਹੈ। ਤਾਂ ਵੱਖ-ਵੱਖ ਬਣਤਰਾਂ, ਜਿਵੇਂ ਪੋਲੀਟੀਕਲ ਸਿਸਟਮ ਦੇ ਵਿੱਚ ਤੁਸੀਂ ਕਿਹੜੀਆਂ ਚੀਜ਼ਾਂ ਪੜ੍ਹ ਰਹੇ ਹੋ, ਠੀਕ ਹੈ। ਪ੍ਰੈਸ਼ਰ ਗਰੁੱਪਸ ਪੜ੍ਹਦੇ ਹੋਗੇ, ਠੀਕ ਹੈ। ਪ੍ਰੈਸ਼ਰ ਗਰੁੱਪਸ ਆ ਜਾਂਦੇ ਨੇਗੇ। ਫਿਰ ਇਸ ਤੋਂ ਪਹਿਲਾਂ ਤੁਸੀਂ ਆਈਡੀਆਜ਼ ਪੜ੍ਹਦੇ ਹੋ, ਪੋਲੀਟੀਕਲ ਆਈਡੀਆਜ਼ ਕਿਹਦੇ ਹੁੰਦੇ ਨੇਗੇ। ਤੁਸੀਂ ਮਾਰਕਸਿਜ਼ਮ ਪੜ੍ਹੋਗੇ, ਠੀਕ ਹੈ। ਮਾਰਕਸਿਜ਼ਮ ਪੜ੍ਹ ਚੁੱਕੇ ਹੋਵੋਗੇ। ਤਾਂ ਇੱਕ ਤੁਸੀਂ ਗਾਂਧੀਇਜ਼ਮ ਪੜ੍ਹ ਚੁੱਕੇ ਹੋਵੋਗੇ, ਲਿਬਰਲਿਜ਼ਮ ਪੜ੍ਹ ਚੁੱਕੇ ਹੋਵੋਗੇ। ਇਸ ਤਰ੍ਹਾਂ ਦੇ ਇੰਟਰੈਕਸ਼ਨਸ, ਠੀਕ ਹੈ। ਫਿਰ ਤੁਸੀਂ ਪਾਰਟੀ ਸਿਸਟਮ ਪੜ੍ਹਿਆ ਹੋਊਗਾ, ਠੀਕ ਹੈ। ਪਾਰਟੀ ਸਿਸਟਮ, ਪਾਰਲੀਮੈਂਟਰੀ ਮਾਡਲ ਪੜ੍ਹਿਆ ਹੋਊਗਾ। ਇਹਨੂੰ ਕਹਿੰਦੇ ਆ ਸਟਰਕਚਰ। ਤਾਂ ਇਹਨਾਂ ਇੰਟਰੈਕਸ਼ਨਸ ਅਤੇ ਸਟਰਕਚਰਾਂ ਦਾ, ਜਿਨ੍ਹਾਂ ਦਾ ਪਾਵਰ 'ਤੇ ਕੰਟਰੋਲ ਹੁੰਦਾ, ਠੀਕ ਹੈ। ਅਤੇ ਇਹ ਜਿਹੜੇ ਫੈਸਲੇ ਲੈਂਦੇ ਹੁੰਦੇ ਨੇ, ਉਸੇ ਨੂੰ ਆਪਾਂ ਕੀ ਕਹਿ ਦਿੰਦੇ ਹੈਗੇ, ਪੋਲੀਟੀਕਲ ਸਿਸਟਮ। ਕਿੰਨਾ ਦਾ ਸੈੱਟ ਹੈਗਾ ਇਹ? ਇੰਟਰੈਕਸ਼ਨਸ, ਸਟਰਕਚਰਸ, ਇਹਨਾਂ ਦਾ ਉਹਨਾਂ ਦਾ ਸਮੂਹ ਹੈਗਾ, ਸੈੱਟ ਹੈਗਾ, ਜਿਹੜਾ ਦੇ ਹੱਥ ਦੇ ਵਿੱਚ ਪਾਵਰ ਹੁੰਦੀ ਹੈਗੀ ਅਤੇ ਜਿਹੜੇ ਫੈਸਲੇ ਲੈ ਸਕਦਾ ਹੁੰਦਾ ਹੈਗਾ, ਠੀਕ ਹੈ। ਪੋਲੀਟੀਕਲ ਸਿਸਟਮ ਨੂੰ ਸਮਝ ਕੇ ਹੁਣ ਚੰਗੀ ਤਰ੍ਹਾਂ, ਜਿਹਦੇ ਵਿੱਚ ਇੰਟਰੈਕਸ਼ਨਸ ਆ ਜਾਂਦੀਆਂ ਨੇ, ਠੀਕ ਹੈ। ਪ੍ਰਕਿਰਿਆਵਾਂ ਆ ਜਾਂਦੀਆਂ ਨੇਗੀਆਂ, ਸਾਰਾ ਪ੍ਰੋਸੈਸ ਆ ਜਾਂਦਾ ਹੈਗਾ, ਅਤੇ ਉਸ ਤੋਂ ਬਾਅਦ ਸਟਰਕਚਰ ਆ ਜਾਂਦਾ ਹੈਗਾ, ਠੀਕ ਹੈ। ਇਹ ਆਪਸ ਦੇ ਵਿੱਚ ਜੁੜਿਆ ਹੁੰਦਾ ਹੈ, ਫੈਸਲੇ ਲੈਂਦਾ ਹੈਗਾ, ਇਹਦੇ ਕੋਲ ਪਾਵਰ ਹੁੰਦੀ ਹੈ ਆਪਣੇ ਫੈਸਲੇ ਮਨਵਾਉਣ ਦੀ। ਇਸੇ ਨੂੰ ਆਪਾਂ ਕੀ ਕਹਿ ਦਿੰਦੇ ਹੈਗੇ, ਪੋਲੀਟੀਕਲ ਸਿਸਟਮ ਕਹਿ ਦਿੰਦੇ ਹੈਗੇ, ਠੀਕ ਹੈ ਰਾਜੇ। ਹੁਣ ਆਪਾਂ ਅਗਲਾ ਸਵਾਲ ਦੇਖਦੇ ਹਾਂ। ਜੇ ਤੁਹਾਨੂੰ ਇਹਦੇ ਵਿੱਚ ਕੋਈ ਦਿੱਕਤ ਹੋਈ ਤਾਂ ਕਮੈਂਟ ਵਿੱਚ ਤੁਸੀਂ ਸਵਾਲ ਕਰਕੇ ਮੈਨੂੰ ਇਹਦਾ ਜਵਾਬ ਪੁੱਛ ਸਕਦੇ ਹੋਗੇ। ਨੈਕਸਟ ਕੁਐਸਚਨ ਹੈ ਰਾਜੇ, 4 ਸ਼ਾਰਟ ਕਮਿੰਗਸ ਆਫ ਪੋਲੀਟੀਕਲ ਪਾਰਟੀਜ਼। ਪੋਲੀਟੀਕਲ ਪਾਰਟੀਜ਼ ਦੀਆਂ 4 ਕਮੀਆਂ ਲਿਖਣੀਆਂ ਨੇਗੀਆਂ, ਵੀ ਰਾਜਨੀਤਿਕ ਦਲਾਂ ਦੀਆਂ 4 ਕਮੀਆਂ ਕੀ ਨੇਗੀਆਂ। ਪੋਲੀਟੀਕਲ ਪਾਰਟੀਜ਼ ਕ੍ਰੀਏਟ ਡਿਵੀਜ਼ਨ ਅਮੰਗ ਪੀਪਲ ਵਿਚ ਇਜ਼ ਥ੍ਰੈਟ ਟੂ ਨੈਸ਼ਨਲ ਯੂਨਿਟੀ। ਤਾਂ ਇਹ ਪੋਲੀਟੀਕਲ ਪਾਰਟੀਜ਼ ਲੋਕਾਂ ਦੇ ਵਿੱਚ ਵੰਡੀਆਂ ਪਾ ਦਿੰਦੀਆਂ ਨੇਗੀਆਂ। ਜੇਕਰ ਤੁਸੀਂ ਰਾਜ ਕਰਨਾ ਹੈ ਤਾਂ ਉਹਦੇ ਲਈ ਤੁਹਾਨੂੰ ਜੋ ਹੈ ਮਤਲਬ ਵੰਡ ਪਾਉਣੀ ਜ਼ਰੂਰੀ ਹੈ, ਠੀਕ ਹੈ। ਇਹ ਸਿਧਾਂਤ ਹੈਗਾ, ਪੋਲਿਸੀ ਹੈ ਬ੍ਰਿਟਿਸ਼ਰਸ ਦੀ। ਤਾਂ ਵਿਚ ਇਜ਼ ਥ੍ਰੈਟ ਟੂ ਨੈਸ਼ਨਲ ਯੂਨਿਟੀ, ਨੈਸ਼ਨਲ ਯੂਨਿਟੀ ਦੇ ਲਈ ਇਹ ਕੀ ਹੋ ਜਾਂਦਾ ਹੈਗਾ, ਖਤਰਾ ਹੈਗਾ। ਪੋਲੀਟੀਕਲ ਪਾਰਟੀਜ਼ ਮੇਕ ਵੇਰੀਅਸ ਪ੍ਰੋਮਿਸਸ ਡਿਊਰਿੰਗ ਇਲੈਕਸ਼ਨਸ, ਪੀਪਲ ਆਰ ਗਿਵਨ ਮਨੀ, ਕਾਈਂਡਸ ਆਫ ਵੋਟਸ ਆਰ ਆਲਸੋ ਬਾਊਟ, ਆਫਟਰ ਵਿਨਿੰਗ ਦੇ ਡੂ ਮੈਨੀ ਇਲੀਗਲ ਥਿੰਗਸ, ਠੀਕ ਹੈ। ਤਾਂ ਇਹਦਾ ਮਤਲਬ ਕੀ ਹੈਗਾ ਵੀ ਸਮਝ ਲਓ। ਇਹਦਾ ਮਤਲਬ ਹੈਗਾ ਕਿ ਪੋਲੀਟੀਕਲ ਪਾਰਟੀਜ਼ ਕਈ ਤਰ੍ਹਾਂ ਦੇ ਵਾਅਦੇ ਕਰਦੀਆਂ ਨੇਗੀਆਂ, ਕਿਹਦੇ ਦੌਰਾਨ? ਵੋਟਾਂ ਦੇ ਦੌਰਾਨ। ਪੀਪਲ ਆਰ ਗਿਵਨ ਮੈਨੀ ਕਾਈਂਡਸ ਆਫ ਲਸਟਸ ਦਿੱਤੇ, ਮਤਲਬ ਲਾਲਚ ਦਿੱਤੇ ਜਾਂਦੇ ਨੇ ਉਹਨਾਂ ਨੂੰ। ਵੋਟਸ ਆਰ ਆਲਸੋ ਅਬਾਊਟ, ਠੀਕ ਹੈ। ਆਫਟਰ ਵਿਨਿੰਗ ਦੇ ਡੂ ਮੈਨੀ ਇਲੀਗਲ ਥਿੰਗਸ।
ਤਾਂ ਇਸ ਤੋਂ ਬਾਅਦ ਉਹ ਕੀ ਕਰਦੇ ਨੇਗੇ, ਜਦੋਂ ਜਿੱਤ ਜਾਂਦੇ ਨੇਗੇ, ਕਈ ਤਰ੍ਹਾਂ ਦੇ ਇਲੀਗਲ ਕੰਮ ਕਰਦੇ ਨੇਗੇ। ਤਾਂ ਪੋਲੀਟੀਕਲ ਪਾਰਟੀਜ਼ ਕਈ ਤਰ੍ਹਾਂ ਦੇ ਟੈਂਪਟੇਸ਼ਨਸ ਦਿੰਦੀਆਂ ਨੇਗੀਆਂ, ਠੀਕ ਹੈ, ਜਿਹਦੇ ਕਾਰਨ ਨਾਲ ਵੋਟਾਂ ਨੂੰ ਖਰੀਦਦੇ ਨੇਗੇ ਉਹ, ਅਤੇ ਇਸ ਤੋਂ ਬਾਅਦ ਉਹ ਕਰਪਸ਼ਨ ਕਰਦੀਆਂ ਨੇ, ਠੀਕ ਹੈ। ਅਗਲਾ ਹੈ ਬੈਡ ਇਨਫਲੂਐਂਸ ਔਨ ਐਜੂਕੇਸ਼ਨਲ ਇੰਸਟੀਟਿਊਸ਼ਨਸ, ਠੀਕ ਹੈ। ਮਤਲਬ ਕੀ ਹੈਗਾ, ਇਹਦਾ ਬੁਰਾ ਪ੍ਰਭਾਵ ਜਾਂਦਾ ਹੈਗਾ ਐਜੂਕੇਸ਼ਨਲ ਇੰਸਟੀਟਿਊਸ਼ਨਸ 'ਤੇ, ਕਿਉਂਕਿ ਉਹ ਹਰੇਕ ਜਿਵੇਂ ਯੂਨੀਵਰਸਿਟੀ ਦੇ ਵਿੱਚ ਕੋਈ ਪਾਰਟੀ ਕਿਸੇ ਗਰੁੱਪ ਨੂੰ ਸਪੋਰਟ ਕਰਦੀ ਹੈ, ਕੋਈ ਕਿਸੇ ਨੂੰ ਸਪੋਰਟ ਕਰਦੀ ਹੈ, ਅਤੇ ਉੱਥੋਂ ਦੇ ਜਿਹੜਾ ਹੈਗਾ ਗਾ ਐਜੂਕੇਸ਼ਨਲ ਇਨਵਾਇਰਮੈਂਟ ਨੂੰ ਖ਼ਰਾਬ ਕਰ ਦਿੰਦੀਆਂ ਨੇਗੀਆਂ, ਕਿਉਂਕਿ ਲੜਾਈ ਝਗੜੇ ਵਗੈਰਾ ਹੁੰਦੇ ਨੇਗੇ ਉੱਥੇ। ਇਰਰਿਸਪੋਂਸੀਬਲ ਬਿਹੇਵੀਅਰ ਆਫ ਓਪੋਜੀਸ਼ਨ ਪਾਰਟੀ, ਠੀਕ ਹੈ, ਮਤਲਬ ਗੈਰ ਜ਼ਿੰਮੇਵਾਰ ਬਿਹੇਵੀਅਰ ਹੁੰਦਾ ਗਾ ਓਪੋਜੀਸ਼ਨ ਪਾਰਟੀ ਦਾ। ਦੇ ਕ੍ਰਿਟੀਸਾਈਜ਼ ਐਵਰੀ ਐਕਸ਼ਨ ਆਫ ਦਾ ਰੂਲਿੰਗ ਗਵਰਨਮੈਂਟ ਨੋ ਮੈਟਰ ਹਾਊ ਗੁੱਡ ਇਟ ਇਜ਼, ਚਾਹੇ ਉਹ ਕਿੰਨਾ ਵੀ ਚੰਗਾ ਕਿਉਂ ਨਾ ਹੋਵੇ, ਦੇਸ਼ ਦੇ ਪੱਖ ਦਾ ਹੋਵੇ ਜਾਂ ਕਿਵੇਂ ਵੀ ਹੈਗਾ, ਕਿਸੇ ਕਮਿਊਨਿਟੀ ਦੇ ਪੱਖ ਦਾ ਹੋਵੇ, ਤਾਂ ਉਹਨਾਂ ਨੇ ਉਸ ਚੀਜ਼ ਨੂੰ ਕੀ ਹੈਗਾ ਕ੍ਰਿਟੀਸਾਈਜ਼ ਕਰਨਾ ਹੀ ਕਰਨਾ ਹੁੰਦਾ ਗਾ, ਚਾਹੇ ਉਹ ਚੰਗਾ ਹੋਵੇ, ਠੀਕ ਹੈ। ਤਾਂ ਇਹ ਪੋਲੀਟੀਕਲ ਪਾਰਟੀਜ਼ ਦੀਆਂ 4 ਸ਼ਾਰਟਕਮਿੰਗ ਸੀਗੀਆਂ, ਇਹਨਾਂ ਨੂੰ ਤੁਸੀਂ ਨੋਟ ਕਰ ਲਿਓ। ਅਗਲਾ ਸਵਾਲ ਹੈਗਾ ਵਟ ਇਜ਼ ਡਿਫਰੈਂਟ ਬਿਟਵੀਨ ਇੰਟਰਸਟ ਗਰੁੱਪ ਐਂਡ ਪ੍ਰੈਸ਼ਰ ਗਰੁੱਪ, ਪ੍ਰੈਸ਼ਰ ਗਰੁੱਪ ਅਤੇ ਇੰਟਰਸਟ ਗਰੁੱਪ ਦੇ ਵਿੱਚ ਫਰਕ ਕੀ ਹੁੰਦਾ। ਇਨ ਸਿੰਪਲੈਸਟ ਟਰਮ ਐਨ ਇੰਟਰਸਟ ਗਰੁੱਪ ਇਜ਼ ਐਨ ਐਸੋਸੀਏਸ਼ਨ ਆਫ ਪੀਪਲ ਹੈਵਿੰਗ ਨੈਚੁਰਲ ਕੰਸਰਨ, ਠੀਕ ਹੈ। ਕਹਿੰਦੇ ਸੌਖੇ ਸ਼ਬਦਾਂ ਦੇ ਵਿੱਚ ਜਿਹੜਾ ਇੰਟਰਸਟ ਗਰੁੱਪ ਹੈਗਾ ਉਹ ਸੰਬੰਧਿਤ ਕੀ ਹੈਗਾ, ਜਿਹੜੇ ਮਤਲਬ ਲੋਕਾਂ ਦਾ ਇੱਕ ਜਿਨ੍ਹਾਂ ਦੇ ਕਾਮਨ ਇੰਟਰਸਟ ਹੁੰਦੇ ਨੇਗੇ, ਉਹਨਾਂ ਨੂੰ ਆਪਾਂ ਇੰਟਰਸਟ ਗਰੁੱਪ ਕਹਿ ਦਿੰਦੇ, ਜਿਨ੍ਹਾਂ ਦੇ ਕਾਮਨ ਵਿਸ਼ਵਾਸ ਹੁੰਦੇ ਨੇ, ਬਿਲੀਫਸ ਹੁੰਦੇ ਨੇ, ਕਿ ਉਹਨਾਂ ਨੂੰ ਆਪਾਂ ਇੰਟਰਸਟ ਗਰੁੱਪ ਕਹਿ ਦਿੰਦੇ ਹੈਗੇ। ਦੇ ਬਿਕੇਮ ਇਨ ਟਰਮ ਪ੍ਰੈਸ਼ਰ ਗਰੁੱਪ, ਉਹ ਪ੍ਰੈਸ਼ਰ ਗਰੁੱਪ ਬਣ ਜਾਂਦੇ ਨੇਗੇ ਐਜ਼ ਦੇ ਸੀਕ ਗਵਰਨਮੈਂਟਲ ਏਡ, ਜਦੋਂ ਉਹ ਸਰਕਾਰੀ ਸਹਾਇਤਾ ਪ੍ਰਾਪਤ ਕਰਦੇ ਨੇ। ਇਨ ਅਕੰਪਲਿਸਿੰਗ ਵਟ ਇਜ਼ ਐਡਵਾਂਟੇਜਸ ਟੂ ਦੈਮ, ਠੀਕ ਹੈ। ਐਗਜ਼ਾਮਪਲ ਆਫ ਸਮ ਪ੍ਰੈਸ਼ਰ ਗਰੁੱਪਸ ਸੈਕਸ਼ਨਲ ਗਰੁੱਪ, ਠੀਕ ਹੈ, ਆਲ ਇੰਡੀਆ ਟ੍ਰੇਡ ਯੂਨੀਅਨ, ਰੀਜਨਲ ਪ੍ਰੈਸ਼ਰ ਗਰੁੱਪ ਹਿੰਦੂ ਸਭਾ, ਆਲ ਇੰਡੀਆ ਮੁਸਲਿਮ ਮਜਲਸ, ਜਿਹੜਾ ਹੈਗਾ ਕਾਸਟ ਪ੍ਰੈਸ਼ਰ ਗਰੁੱਪ ਹੈਗਾ ਜਾਟ ਸਭਾ, ਠੀਕ ਹੈ। ਤਾਂ ਜਦੋਂ ਕਿਸੇ ਦੇ ਕਾਮਨ ਇੰਟਰਸਟ ਹੁੰਦੇ ਨੇਗੇ, ਨੈਚੁਰਲ ਕੰਸਰਨ ਹੁੰਦਾ ਕੁਦਰਤੀ ਤੌਰ 'ਤੇ, ਠੀਕ ਹੈ, ਇੱਕੋ ਜਿਹੇ ਮੁੱਦੇ ਹੁੰਦੇ ਨੇਗੇ, ਤਾਂ ਉਹ ਇੰਟਰਸਟ ਗਰੁੱਪ ਨੇ। ਜਦੋਂ ਉਹ ਇਸ ਦੇ ਨਾਲ ਗਵਰਨਮੈਂਟ ਸਹਾਇਤਾ ਵੀ, ਉਹਨਾਂ ਨੂੰ ਗਵਰਨਮੈਂਟਲ ਏਡ ਮਿਲਣ ਲੱਗ ਜਾਂਦੀ ਹੈਗੀ, ਤਾਂ ਉਸ ਨੂੰ ਆਪਾਂ ਕੀ ਕਹਿਣ ਲੱਗ ਜਾਂਦੇ ਹੈਗੇ, ਪ੍ਰੈਸ਼ਰ ਗਰੁੱਪ ਕਹਿਣ ਲੱਗ ਜਾਂਦੇ ਹੈਗੇ, ਠੀਕ ਹੈ। ਤਾਂ ਇਹਨਾਂ ਨੂੰ 3 ਤਰ੍ਹਾਂ ਦੇ ਪ੍ਰੈਸ਼ਰ ਗਰੁੱਪ ਆਪਾਂ ਇਹਦੇ ਵਿੱਚ ਦੇਖ ਚੁੱਕੇ ਹੈਗੇ। ਇਸ ਤੋਂ ਅਗਲਾ ਸਵਾਲ ਹੈਗਾ ਕਿ ਫੀਚਰਸ ਆਫ ਪਾਰਲੀਮੈਂਟਰੀ ਸਿਸਟਮ ਆਫ ਗਵਰਨਮੈਂਟ। ਇਹਨਾਂ ਪਾਰਲੀਮੈਂਟਰੀ ਗਵਰਨਮੈਂਟ ਦਾ ਇੰਟਾਇਰ ਕੰਟਰੀ ਇਜ਼ ਗਵਰਨਡ ਅੰਡਰ ਦਾ ਲੀਡਰਸ਼ਿਪ ਆਫ ਪ੍ਰਾਈਮ ਮਿਨਿਸਟਰ, ਠੀਕ ਹੈ। ਪਾਰਲੀਮੈਂਟਰੀ ਸਿਸਟਮ ਕੀ ਹੁੰਦਾ ਗਾ, ਸੰਸਦੀ ਪ੍ਰਣਾਲੀ ਦੀਆਂ ਕੀ ਹੈਗਾ ਆਪਾਂ ਵਿਸ਼ੇਸ਼ਤਾਵਾਂ ਲਿਖਣੀਆਂ ਨੇਗੀਆਂ। ਸੰਸਦੀ ਪ੍ਰਣਾਲੀ ਕੀ ਹੈਗੀ, ਜਿਹਦੇ ਵਿੱਚ ਸਾਡੇ ਰੀਅਲ ਐਗਜ਼ੀਕਿਊਟਿਵ ਜਿਹਨੂੰ ਪ੍ਰਧਾਨ ਮੰਤਰੀ ਕਹਿ ਦਿੰਦੇ ਆ, ਨੋਮੀਨਲ ਐਗਜ਼ੀਕਿਊਟਿਵ ਜਿਹਨੂੰ ਤੁਸੀਂ ਰਾਸ਼ਟਰਪਤੀ ਕਹਿ ਦਿੰਦੇ ਹੋਗੇ, ਉਹਨਾਂ ਦੇ ਨਾਲ ਰਿਲੇਟਡ ਸਾਡੀ ਪਾਰਲੀਮੈਂਟ ਹੁੰਦੀ ਹੈਗੀ, ਠੀਕ ਹੈ। ਪਾਰਲੀਮੈਂਟ ਗਵਰਨਮੈਂਟ ਦਾ ਇੰਟਾਇਰ ਕੰਟਰੀ ਇਜ਼ ਗਵਰਨਡ ਅੰਡਰ ਦਾ ਲੀਡਰਸ਼ਿਪ ਆਫ ਪ੍ਰਾਈਮ ਮਿਨਿਸਟਰ, ਪ੍ਰਾਈਮ ਮਿਨਿਸਟਰ ਦੀ ਲੀਡਰਸ਼ਿਪ ਦੇ ਵਿੱਚ ਸਾਰੀ ਸਰਕਾਰ ਚੱਲਦੀ ਹੈ। ਹੀ ਇਜ਼ ਕਾਲਡ ਰੀਅਲ ਐਗਜ਼ੀਕਿਊਟਿਵ, ਉਹਨੂੰ ਰੀਅਲ ਐਗਜ਼ੀਕਿਊਟਿਵ ਕਿਹਾ ਜਾਂਦਾ ਹੈ। ਹੀ ਐਕਟ ਐਜ਼ ਅ ਲਿੰਕ ਬਿਟਵੀਨ ਦਾ ਪ੍ਰੈਜ਼ੀਡੈਂਟ ਐਂਡ ਦਾ ਕੌਂਸਲ ਆਫ ਮਿਨਿਸਟਰ, ਠੀਕ ਹੈ। ਕੌਂਸਲ ਆਫ ਮੰਤਰੀ ਪ੍ਰੀਸ਼ਦ ਅਤੇ ਪ੍ਰੈਜ਼ੀਡੈਂਟ ਰਾਸ਼ਟਰਪਤੀ ਦੇ ਵਿਚਕਾਰ ਉਹ ਕੀ ਹੈ, ਲਿੰਕ ਦਾ ਕੰਮ ਕਰਦਾ ਹੈਗਾ। ਡਿਸਟਿੰਕਸ਼ਨ ਬਿਟਵੀਨ ਨੋਮੀਨਲ ਐਂਡ ਰੀਅਲ ਐਗਜ਼ੀਕਿਊਟਿਵ, ਠੀਕ ਹੈ। ਕੀ ਫਰਕ ਹੁੰਦਾ ਹੈਗਾ ਰੀਅਲ ਐਗਜ਼ੀਕਿਊਟਿਵ ਅਤੇ ਜਿਹੜੀ ਨੋਮੀਨਲ ਐਗਜ਼ੀਕਿਊਟਿਵ ਹੈ। ਰੀਅਲ ਐਗਜ਼ੀਕਿਊਟਿਵ ਦੇ ਵਿੱਚ ਪ੍ਰਾਈਮ ਮਿਨਿਸਟਰ ਆ ਜਾਂਦਾ ਹੈਗਾ, ਠੀਕ ਹੈ। ਪ੍ਰਾਈਮ ਮਿਨਿਸਟਰ ਉਹ ਕੀ ਹੈਗਾ, ਰੀਅਲਟੀ ਪਾਵਰ ਐਕਸਰਸਾਈਜ਼ ਕਰਦਾ ਹੈਗਾ, ਉਹਦੇ ਕੋਲ ਮਤਲਬ ਪਾਵਰ ਦਾ ਯੂਜ਼ ਕਰਦਾ ਹੈਗਾ ਉਹ, ਠੀਕ ਹੈ। ਪਾਵਰਸ ਹੁੰਦੀਆਂ ਕਿਹਦੀਆਂ ਨੇਗੀਆਂ, ਹੁੰਦੀਆਂ ਪ੍ਰੈਜ਼ੀਡੈਂਟ ਦੀਆਂ ਨੇ, ਪਰ ਵਰਤਦਾ ਕੌਣ ਹੈਗਾ, ਪ੍ਰਧਾਨ ਮੰਤਰੀ, ਠੀਕ ਹੈ। ਇਹ ਕੀ ਹੈਗਾ, ਇਹ MCQ ਪੁੱਛ ਲੈਂਦਾ ਵੀ ਕੌਨਸਟੀਟਿਊਸ਼ਨਲ ਹੈੱਡ ਆਫ ਕੰਟਰੀ ਕੌਣ ਹੁੰਦਾ ਹੈਗਾ, ਉਹ ਸੰਵਿਧਾਨਿਕ ਤੌਰ 'ਤੇ ਸਾਡਾ ਹੈੱਡ ਕੌਣ ਹੈਗਾ, ਉਹ ਪ੍ਰੈਜ਼ੀਡੈਂਟ ਹੁੰਦਾ ਗਾ। ਸਟੇਟ ਲੈਵਲ 'ਤੇ ਕੌਣ ਹੁੰਦਾ ਗਾ, ਗਵਰਨਰ ਹੁੰਦਾ ਗਾ। ਤਾਂ ਲੀਗਲ ਡਿਗਨਿਟੀ ਟੂ ਓਪੋਜੀਸ਼ਨ ਪਾਰਟੀ, ਇਹਦਾ ਮਤਲਬ ਕੀ ਹੈਗਾ, ਇਨ ਅ ਡੈਮੋਕ੍ਰੇਟਿਕ ਕੰਟਰੀ ਦਾ ਓਪੋਜੀਸ਼ਨ ਪਾਰਟੀ ਇਜ਼ ਵੈਰੀ ਇੰਪੋਰਟੈਂਟ। According to law passed in 1977, the leader of opposition in India is given all the same facilities as the cabinet minister, ਠੀਕ ਹੈ। ਤਾਂ ਇਹ ਕੀ ਹੈਗਾ ਵੀ ਜਿੰਨਾ ਰੂਲਿੰਗ ਪਾਰਟੀ ਦੇ ਮੰਤਰੀਆਂ ਨੂੰ ਮਾਣ ਸਤਿਕਾਰ ਦਿੱਤਾ ਜਾਂਦਾ ਹੈਗਾ, ਠੀਕ ਹੈ, ਭੱਤੇ ਵਗੈਰਾ ਦਿੱਤੇ ਜਾਂਦੇ ਨੇ, ਉਨੀ ਓਪੋਜੀਸ਼ਨ ਪਾਰਟੀ ਦੇ ਲੀਡਰ ਨੂੰ ਵੀ ਸਤਿਕਾਰ ਦਿੱਤਾ ਜਾਊਗਾ, ਠੀਕ ਹੈ।
ਤਾਂ ਉਸ ਤੋਂ ਅਗਲਾ ਹੈਗਾ ਗਾ ਪ੍ਰਾਈਮ ਮਿਨਿਸਟਰ ਰਾਈਟ ਟੂ ਡਿਜ਼ੋਲਵ ਦਾ ਲੋਕ ਸਭਾ। ਪ੍ਰਧਾਨ ਮੰਤਰੀ ਲੋਕ ਸਭਾ ਨੂੰ ਭੰਗ ਕਰ ਸਕਦਾ ਗਾ ਜੇਕਰ ਉਹਨੂੰ ਵਿਸ਼ਵਾਸ ਨਹੀਂ ਹੈ, ਠੀਕ ਹੈ, ਅਵਿਸ਼ਵਾਸ ਪ੍ਰਸਤਾਵ ਲਿਆ ਕੇ ਉਹਨੂੰ ਭੰਗ ਕੀਤਾ ਜਾ ਸਕਦਾ ਗਾ। ਤਾਂ ਦ ਮੈਂਬਰ ਆਫ ਕਾਊਂਸਲ ਆਫ ਮਿਨਿਸਟਰਸ ਕੀਪ ਦੇਅਰ ਸੀਕਰੇਟਸ ਸੀਕਰੇਟ ਕੀ ਹੈਗਾ, ਉਹਨਾਂ ਨੇ ਆਪਣੇ ਜਿਹੜੇ ਸੀਕਰੇਟਸ ਹੁੰਦੇ ਨੇ ਉਹਨਾਂ ਨੂੰ ਸੀਕਰੇਟ ਰੱਖਣਾ ਹੁੰਦਾ ਗਾ, ਆਪਣੇ ਮਤਲਬ ਕਿ ਭੇਤਾਂ ਨੂੰ ਭੇਤ ਹੀ ਬਣਾਏ ਰੱਖਣਾ ਹੁੰਦਾ ਗਾ। ਇਨ ਇੰਡੀਆ ਯੂਨੀਅਨ ਐਂਡ ਸਟੇਟ ਮਿਨਿਸਟਰਸ ਆਰ ਸਵੋਰਨ ਇਨ ਬਾਏ ਦਾ ਪ੍ਰੈਜ਼ੀਡੈਂਟ ਐਂਡ ਦਾ ਗਵਰਨਰ ਆਫ ਗਵਰਨਰ ਬਿਫੋਰ ਟੇਕਿੰਗ ਆਫਿਸ। ਤਾਂ ਇਹਦਾ ਮਤਲਬ ਇਹ ਹੈਗਾ ਕਿ ਪਾਰਲੀਮੈਂਟਰੀ ਸਿਸਟਮ ਦੀ ਇੱਕ ਵਿਸ਼ੇਸ਼ਤਾ ਇਹ ਵੀ ਹੈ ਕਿ ਜਦੋਂ ਕੋਈ ਵੀ ਲੀਡਰ ਬਣਨਾ ਹੈਗਾ ਕਿਸੇ ਨੇ ਤਾਂ ਉਹਨੂੰ ਸੰਵਿਧਾਨ ਦੀ ਸਹੁੰ ਚੁੱਕਣੀ ਪੈਂਦੀ ਹੈਗੀ, ਠੀਕ ਹੈ, ਆਪਣੇ ਧਰਮ ਦੀ ਸਹੁੰ ਚੁਕਾਈ ਜਾਂਦੀ ਹੈ ਕਿਹਦੇ ਸਾਹਮਣੇ, ਉਹ ਰਾਸ਼ਟਰਪਤੀ ਸਾਹਮਣੇ, ਠੀਕ ਹੈ। ਜਿਹੜੇ MLA ਨੇ ਉਹ ਗਵਰਨਰ ਸਾਹਮਣੇ ਸਹੁੰ ਚੁੱਕਣਗੇ, ਜਿਹੜੇ MP ਨੇ ਉਹ ਰਾਸ਼ਟਰਪਤੀ ਦੇ ਸਾਹਮਣੇ ਸਹੁੰ ਚੁੱਕਣਗੇ। ਸੋ ਇਹ ਕਾਮਨ ਜੇ ਮਤਲਬ ਗੱਲਾਂ ਸੀਗੀਆਂ, ਇਹਦੀਆਂ ਸੌਖੀਆਂ ਗੱਲਾਂ ਨੇਗੀਆਂ, ਬੜਾ ਸੌਖਾ ਜਿਹੇ ਢੰਗ ਨਾਲ ਸਮਝਾਇਆ ਗਾ ਮੈਂ। ਅਤੇ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਕਰ ਦੇਣਾ। ਜੇ ਕੋਈ ਚੀਜ਼ ਗੱਲ ਸਮਝ ਨਾ ਆਈ ਹੋਵੇ, ਹੋਰ ਸੌਖੇ ਢੰਗ ਨਾਲ ਸਮਝਣੇ ਚਾਹੁੰਦੇ ਹੋਵੋ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋਗੇ, ਠੀਕ ਹੈ। ਫਿਲਹਾਲ ਮੈਂ ਇੱਕ ਵਾਰ ਹੋਰ ਸਮਝਾ ਵੀ ਦਿੰਦਾ ਗਾ। ਜਿਵੇਂ ਪੋਲੀਟੀਕਲ ਸਿਸਟਮ ਦੀ ਗੱਲ ਸੀ, ਪੋਲੀਟੀਕਲ ਸਿਸਟਮ ਡੇਵਿਡ ਈਸਟਨ ਨੇ ਦਿੱਤਾ ਹੋਇਆ ਗਾ। ਤਾਂ ਤੁਸੀਂ ਇਹਦੇ ਵਿੱਚ ਦੇਖੋ, ਹੁਣ ਤੁਸੀਂ ਜਿਹੜੀਆਂ ਚੀਜ਼ਾਂ ਪੜ੍ਹ ਕੇ ਆਏ ਹੋਗੇ ਉਹ ਵੀ ਐਡ ਕਰ ਦਿਓ, ਠੀਕ ਹੈ। ਕੁਐਸਚਨ ਨੂੰ ਵੱਡਾ ਹੀ ਕਰਨਾ ਹੈ। ਤਾਂ ਜਿਵੇਂ ਤੁਸੀਂ ਕਿਹੜੀ ਆਈਡੀਆਜ਼, ਕਿਹੜੇ ਥਾਟਸ ਕਿਹੜੇ ਪੜ੍ਹੇ ਨੇਗੇ, ਠੀਕ ਹੈ। ਇਜ਼ਮਸ ਕਹਿ ਦਿੰਦੇ ਜਿਹਨੂੰ ਆਪਾਂ ਵਾਦ ਕਹਿ ਦਿੰਦੇ ਹਾਂ। ਮਾਰਕਸਿਜ਼ਮ ਪੜ੍ਹ ਲਿਆ, ਇਹਦੇ ਵਿੱਚ ਤੁਸੀਂ ਨੇ ਲਿਬਰਲਿਜ਼ਮ ਪੜ੍ਹ ਚੁੱਕੇ ਹੋ, ਗਾਂਧੀਜ਼ਮ ਪੜ੍ਹ ਚੁੱਕੇ ਹੋ, ਪਾਰਟੀ ਸਿਸਟਮ ਪੜ੍ਹ ਚੁੱਕੇ ਹੋ। ਸਿਸਟਮ ਕਿਹੜੇ ਪੜ੍ਹੋਗੇ, ਪਾਰਲੀਮੈਂਟਰੀ ਮਾਡਲ ਪੜ੍ਹ ਚੁੱਕੇ ਹੋਵੋਗੇ, ਠੀਕ ਹੈ। ਫਿਰ UNO ਵਗੈਰਾ, ਠੀਕ ਹੈ। ਰਿਲੇਸ਼ਨਸ਼ਿਪਸ ਸਾਡੇ ਕਿਹੋ ਜਿਹੇ ਨੇਗੇ, ਇਹ ਸਾਰਾ ਪੋਲੀਟੀਕਲ ਸਿਸਟਮ ਹੀ ਤਾਂ ਹੈ ਜਿਹੜਾ ਕਿਸੇ ਦੇਸ਼ ਨੂੰ ਚਲਾਉਂਦਾ ਗਾ, ਠੀਕ ਹੈ। ਸਾਨੂੰ ਵੀ ਕਈਆਂ ਦਾ ਸਹਿਯੋਗ ਮਤਲਬ ਇੱਕ ਦੂਜੇ ਦੇ ਨਾਲ ਮਿਲ ਕੇ ਕੰਮ ਕਰ ਰਹੇ ਹੁੰਦੇ ਨੇਗੇ, ਇਸ ਕਰਕੇ ਇਹਨੂੰ ਸੈੱਟ ਕਿਹਾ ਜਾਂਦਾ ਗਾ ਇੰਟਰੈਕਸ਼ਨਸ ਅਤੇ ਸਟਰਕਚਰ ਦਾ। ਦੂਜਾ ਆਪਾਂ ਸ਼ਾਰਟਕਮਿੰਗ ਆਫ ਪੋਲੀਟੀਕਲ ਪਾਰਟੀਜ਼ ਪੜ੍ਹ ਚੁੱਕੇ ਆਂਗੇ, ਠੀਕ ਹੈ। ਇਹ ਵੰਡਦੇ ਨੇਗੇ ਇੱਕ ਦੂਜੇ ਨੂੰ, ਠੀਕ ਹੈ। ਫਿਰ ਵੋਟਾਂ ਖਰੀਦਦੇ ਨੇਗੇ, ਠੀਕ ਹੈ। ਜਿੱਥੇ ਕਾਈਂਡਸ ਆਫ ਲਿਖਿਆ ਹੋਇਆ ਗਾ ਉੱਥੇ ਮਤਲਬ ਤੁਹਾਨੂੰ ਲਿਖਾ ਦਿੱਤਾ ਗਾ ਪਿੱਛੇ ਮੈਂ, ਠੀਕ ਹੈ। ਅਤੇ ਇਹ ਸਾਰਾ ਕੁਐਸਚਨ ਸੌਖੇ ਨੇਗੇ ਰਾਜੇ। ਅਤੇ ਇਦੋਂ ਵੱਧ ਕੇ ਜੇ ਕੋਈ ਹੋਰ ਪ੍ਰੋਬਲਮ ਹੋਈ ਤਾਂ ਮੈਨੂੰ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਦੱਸ ਦਿਓ। ਅਤੇ ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਤੁਹਾਨੂੰ ਇਹੋ ਜਿਹੀਆਂ ਵੀਡੀਓਜ਼ ਹੋਰ ਮਿਲਦੀਆਂ ਰਹਿਣ, ਠੀਕ ਹੈ ਜੀ। ਧੰਨਵਾਦ।